ਜਲੰਧਰ ਦੀ ਮਸ਼ਹੂਰ ਪੀਲੀ ਕੋਠੀ ਜਿਸ ਨੂੰ ਆਰਐਸਐਸ ਦਾ ਗੜ ਕਿਹਾ ਜਾਂਦਾ ਹੈ। ਆਖਰ ਬੀਜੇਪੀ ਦੇ ਵੱਡੇ ਆਗੂ ਕਿਉਂ ਚੜ੍ਹਦੇ ਆ ਪੀਲੀ ਕੋਠੀ ਦੀਆਂ ਪੌੜੀਆਂ। ਧਰਮ ਦੇ ਨਾਲ ਪਿਛਲੇ ਸਮੇਂ ਤੋਂ ਆਰਐਸਐਸ ਖਾਸਾ ਪ੍ਰੇਮ ਜਤਾ ਰਹੀ ਹੈ। ਸਿੱਖ ਧਰਮ ਕੋਈ ਅਲੱਗ ਨਹੀਂ ਹੈ। ਹੈਗਾ ਸੀ ਰੁਝਾਨ, ਜਿੱਦਾਂ ਮੋਦੀ ਹੁਣੀ ਤੁਹਾਡੇ ਬਰਾਬਰ ਦੇ ਅਹੁਦੇਦਾਰ ਸੀਗੇ ਔਰ ਪ੍ਰਧਾਨ ਮੰਤਰੀ ਬਣ ਗਏ ਅੱਜ, ਔਰ ਇਲੈਕਸ਼ਨ ਦੇ ਵਿੱਚ ਆਰਐਸਐਸ ਦਾ ਰੋਲ ਕੀ ਮੰਨਦੇ ਹੋ ਤੁਸੀਂ ਬੀਜੇਪੀ ਵਾਸਤੇ? ਆਰਐਸਐਸ ਦਾ ਰੋਲ ਆਪਣਾ ਹੀ ਹੈ। ਆਰਐਸਐਸ ਨੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਕਰਤਾਰਪੁਰ ਜਾਣ ਵਾਸਤੇ ਲਾਂਘਾ ਸਿੱਖਾਂ ਵਾਸਤੇ ਖੋਲ੍ਹਿਆ ਜਾਵੇ, ਔਰ ਪਿਛਲੇ ਦਿਨੀ ਇੱਕ ਜਿਹੜੀ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਕਿ ਵੀਰ ਬਾਲ ਦਿਵਸ ਮਨਾਇਆ ਜਾਵੇ, ਜੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ। ਪਾਕਿਸਤਾਨ ਬਣਿਆ ਹੈ, ਉਹ ਵੀ ਤੇ ਸਾਡਾ ਹੀ ਹੈ ਨਾ। ਦੱਸੋ, ਪੀਲੀ ਕੋਠੀ ਦੀਆਂ ਪੌੜੀਆਂ ਕਹਿੰਦੇ ਚੜ੍ਹਨੀਆਂ ਪੈਂਦੀਆਂ ਬੀਜੇਪੀ ਦੇ ਆਗੂਆਂ ਨੂੰ, ਠੀਕ ਹੈ ਗੱਲ ਇਹ? ਵਾਪਸੀ ਨੂੰ ਡਿਫਾਈਨ ਕਰਿਓ, ਘਰ ਵਾਪਸੀ ਦਾ ਮਤਲਬ ਕੀ ਹੈ? ਵਾਪਸੀ ਦਾ ਮਤਲਬ ਸਾਡਾ ਘਰ ਜਿਹੜਾ ਸੀ ਉਹ ਹਿੰਦੂਤਵ ਹੈ, ਹਿੰਦੂ ਹੈ। ਕੱਟਰਤਾ ਪੈਦਾ ਕਰ ਰਿਹਾ ਇਹ ਬੜੇ ਇਲਜ਼ਾਮ ਲੱਗਦੇ ਆਰਐਸਐਸ ਤੇ। ਕਾਂਗਰਸ ਵੀ ਲਗਾਤਾਰ ਇਹ ਗੱਲ ਕਹਿੰਦੀ ਹੈ, ਔਰ ਉਹ ਕਹਿੰਦੇ ਕਿ ਸੰਘ ਜਿਹੜਾ ਹੈ ਆਰਐਸਐਸ ਹੈ, ਇਹ ਕੱਟਰਤਾ ਪੈਦਾ ਕਰ ਰਿਹਾ ਹੈ ਲੋਕਾਂ ਦੇ ਵਿੱਚ। ਕੱਟੜਤਾ ਦਾ ਅਰਥ ਜਦੋਂ ਆਪਾਤਕਾਲ ਲੱਗਾ ਤੇ ਉਦੋਂ ਮੈਨੂੰ ਦਿੱਤਾ ਗਿਆ ਸੀ ਕੰਮ। ਮੰਨਦੇ ਹੋ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਸਭ ਆਏ? ਬੀਜੇਪੀ ਕਿਹੋ ਜਿਹਾ ਕਰੂਗੀ ਪਰਫਾਰਮ, ਕੀ ਲੱਗਦਾ ਤੁਹਾਨੂੰ? ਇਹ ਤਾਂ ਬੀਜੇਪੀ ਦਾ ਹੀ ਕੋਈ ਦੱਸ ਸਕਦਾ ਕੀ ਹਾਲਾਤ ਨੇ ਉਹਨਾਂ ਦੇ। ਜਲੰਧਰ ਦੀ ਮਸ਼ਹੂਰ ਪੀਲੀ ਕੋਠੀ ਜਿਸ ਨੂੰ ਆਰਐਸਐਸ ਦਾ ਗੜ ਕਿਹਾ ਜਾਂਦਾ ਹੈ, ਵੱਡੇ ਵੱਡੇ ਆਗੂ ਜੋ ਕਿ ਇਸੇ ਪੀਲੀ ਕੋਠੀ ਦੀਆਂ ਪੌੜੀਆਂ ਚੜ੍ਹ ਕੇ ਬੀਜੇਪੀ ਦੇ ਵਿੱਚ ਵੱਡੀਆਂ ਮੰਜ਼ਿਲਾਂ ਤੇ ਪਹੁੰਚੇ ਨੇ, ਔਰ ਗੱਲਬਾਤ ਵੀ ਕਰਾਂਗੇ ਕਿ ਪੀਲੀ ਕੋਠੀ ਦੇ ਵਿੱਚ ਕੀ ਹੈ। ਪੀਲੀ ਕੋਠੀ ਦੇ ਰਾਹੀਂ ਬਹੁਤ ਸਾਰੇ ਸਿਆਸੀ ਆਗੂ ਵੱਡੀਆਂ ਮੰਜ਼ਿਲਾਂ ਤੱਕ ਪਹੁੰਚ ਗਏ। ਆਖਰ ਬੀਜੇਪੀ ਦੇ ਵੱਡੇ ਆਗੂ ਕਿਉਂ ਚੜ੍ਹਦੇ ਆ ਪੀਲੀ ਕੋਠੀ ਦੀਆਂ ਪੌੜੀਆਂ? ਆਓ ਚੱਲ ਕੇ ਕਰਾਂਗੇ ਗੱਲਬਾਤ ਕਿ ਆਖਰ ਪੀਲੀ ਕੋਠੀ ਦੇ ਵਿੱਚ ਹੁੰਦਾ ਕੀ ਹੈ। ਪੀਲੀ ਕੋਠੀ ਦੇ ਵਿੱਚ ਅਸੀਂ ਇਸ ਵੇਲੇ, ਔਰ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ 21 ਸਾਲ ਪ੍ਰਾਂਤ ਕਾਰਵਾਹਕ ਰਹੇ ਦਵਿੰਦਰ ਪ੍ਰਸਾਦ ਗੁਪਤਾ ਜੀ, ਜਿਨ੍ਹਾਂ ਦੀ ਉਮਰ 85 ਸਾਲ ਹੈ ਤੇ 1952 ਤੋਂ ਆਰਐਸਐਸ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਪੀਲੀ ਕੋਠੀ ਦੇ ਵਿੱਚ ਲੋਕ, ਸਿਆਸੀ ਆਗੂ ਜਿਹੜੇ ਬੀਜੇਪੀ ਦੇ ਨੇ, ਉਹ ਪੌੜੀਆਂ ਚੜ੍ਹਨੀਆਂ ਪੈਂਦੀਆਂ ਉਹਨਾਂ ਨੂੰ ਆ ਕੇ, ਗੁਰੂ ਗਿਆਨ ਲੈਣ ਵਾਸਤੇ ਆਉਂਦੇ ਨੇ, ਔਰ ਲੰਬਾ ਸਮਾਂ ਇਹਨਾਂ ਨੇ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਹੁਣੀ ਜਦੋਂ ਜੰਮੂ ਦੇ ਇੰਚਾਰਜ ਸੀ, ਉਦੋਂ ਇਹਨਾਂ ਦੇ ਕੋਲ ਪੰਜਾਬ ਦਾ ਜ਼ਿੰਮਾ ਸੀ। ਅੰਡਰਗਰਾਊਂਡ ਵੀ ਲੰਬਾ ਸਮਾਂ, ਇਹ ਦੱਸ ਰਹੇ ਨੇ ਕਿ ਮੈਂ ਅੰਡਰਗਰਾਊਂਡ ਵੀ ਕਾਫੀ ਸਮਾਂ ਰਿਹਾ। ਗੁਪਤਾ ਜੀ, ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਹਾਂਜੀ, ਸਵਾਗਤ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਕਿਸ ਤਰ੍ਹਾਂ ਦੇਖਦੇ ਹੋ, ਲੰਬਾ ਸਮਾਂ ਤੁਸੀਂ ਆਰਐਸਐਸ ਦੇ ਨਾਲ ਜੁੜੇ ਰਹੇ ਹੋ, ਕਿੰਨੇ ਸਾਲ ਹੋ ਗਏ ਤੁਹਾਨੂੰ, ਔਰ ਕਿਵੇਂ ਪ੍ਰਭਾਵਿਤ ਹੋਏ ਸੀ ਤੁਸੀਂ ਜਦੋਂ ਆਰਐਸਐਸ ਦੇ ਨਾਲ ਜੁੜੇ? ਮੈਂ 1952 ਤੋਂ ਰੈਗੂਲਰ ਹਾਂ। ਉਸ ਤੋਂ ਪਹਿਲਾਂ ਵੀ ਥੋੜ੍ਹਾ ਬਹੁਤ ਸੰਬੰਧ ਰਿਹਾ ਮੇਰਾ, ਤੇ ਫਿਰ ਮੈਂ ਪੂਰਨ ਕਾਲਿਕ ਕਾਰਜਕਰਤਾ ਰਿਹਾ, ਔਰ ਬਹੁਤ ਅਲੱਗ-ਅਲੱਗ ਜਗ੍ਹਾ 'ਤੇ ਵੀ ਰਿਹਾ। ਹਿਮਾਚਲ ਵਿੱਚ ਵੀ ਰਿਹਾ, ਪੰਜਾਬ ਵਿੱਚ ਵੀ ਰਿਹਾ, ਔਰ ਜੰਮੂ ਕਸ਼ਮੀਰ ਵੱਲ ਵੀ ਰਿਹਾ। ਫਿਰ ਸਿੱਖਿਆ ਦਾ ਕੰਮ ਵੀ ਮੇਰੇ ਜ਼ਿੰਮੇ ਰਿਹਾ ਹੈ, ਇਹ ਉੱਤਰ ਪੱਛਮ ਦਾ, ਯਾਨੀ ਦਿੱਲੀ ਤੋਂ ਲੈ ਕੇ ਤੇ ਜੰਮੂ ਕਸ਼ਮੀਰ ਤੱਕ ਸਾਰਾ। ਇਹ ਥੋੜ੍ਹੀ ਦੇਰ ਰਿਹਾ, 3 ਸਾਲ। ਉਦੋਂ ਮੇਰਾ ਕੇਂਦਰ ਕੁਰੂਕਸ਼ੇਤਰ ਹੁੰਦਾ ਸੀ, ਤੇ ਉਸ ਤੋਂ ਬਾਅਦ ਹੁਣ ਇਹ ਹੈ ਕਿ ਮੈਂ ਬਹੁਤਾ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਇਸ ਵਾਸਤੇ ਇੱਥੇ ਪੀਲੀ ਕੋਠੀ 'ਚ ਆਪਣਾ ਮੈਂ ਡੇਰਾ ਲਾਇਆ ਹੈ। ਠੀਕ ਹੈ। ਪੀਲੀ ਕੋਠੀ ਦੇ ਵਿੱਚ ਕੀ ਕੁਝ ਹੁੰਦਾ ਹੈ, ਮਤਲਬ ਕੀ ਕੰਮਕਾਜ ਹੁੰਦਾ ਹੈ ਇੱਥੇ? ਕੰਮ ਇੱਕ ਤੇ ਜਿਹੜੇ ਕਾਰਜਕਰਤਾ ਦੇ ਜਿੰਮੇ ਅਲੱਗ-ਅਲੱਗ ਕੰਮ ਨੇ ਉਹ ਰਹਿੰਦੇ ਹੈ। ਉਹਨਾਂ ਦਾ ਖਾਣੇ ਪੀਣੇ ਦਾ ਪ੍ਰਬੰਧ ਇੱਥੇ, ਤੇ ਬਾਕੀ ਆਪਣਾ ਸਾਹਿਤ ਹੈ ਜਿਹਦੇ 'ਚ ਪੁਸਤਕਾਂ ਸਾਰੀਆਂ
ਸੰਘ ਨਾਲ ਰਿਲੇਟਡ ਨੇ, ਇਤਿਹਾਸ ਨਾਲ ਸੰਬੰਧਿਤ ਨੇ, ਉਹ ਸਾਰੀਆਂ ਪੁਸਤਕਾਂ ਨੇ ਉਹਦੇ 'ਚ। ਮਹਾਂਪੁਰਸ਼ ਆਪਣੇ ਜਿਹੜੇ ਨੇ ਉਹਨਾਂ ਦਾ ਇਸ ਪੁਸਤਕਾਲੇ 'ਚ ਹੈ। ਅਤੇ ਬਾਕੀ ਕਾਰਜਕਰਤਾ ਦਾ ਰਹਿਣ ਸਹਿਣ ਹੈ। ਸਵੇਰੇ ਉੱਠਦੇ ਆ, ਆਪਣੇ ਆਪਣੇ ਕੰਮ 'ਤੇ ਨਿਕਲ ਜਾਂਦੇ ਆ, ਜਿਸ ਦੇ ਜਿੰਮੇ ਜਿਹੜਾ ਕੰਮ ਹੈ ਉਹ ਕੰਮ ਕਰਦਾ। ਘਰ ਵਾਪਸੀ ਨੂੰ ਲੈ ਕੇ ਵੀ ਤੁਸੀਂ ਜ਼ਿਕਰ ਕਰ ਰਹੇ ਸੀ। ਘਰ ਵਾਪਸੀ ਦਾ ਕੰਮ ਮੈਂ ਵੀ ਕੀਤਾ ਹੈ, ਲੇਕਿਨ ਹੁਣ ਵੀ ਕਈਆਂ ਦੇ ਜਿਵੇਂ ਹੈ ਉਹ ਕਰਦੇ ਨੇ ਪਏ ਆਪਣਾ। ਜਿਹੜੇ ਈਸਾਈ ਵਗੈਰਾ ਹੋ ਗਏ, ਉਹਨਾਂ ਨੂੰ ਵਾਪਸ ਆਪਣੇ ਘਰ ਲਿਆਉਣਾ, ਇਹ ਵੀ ਕੰਮ ਹੈ। ਘਰ ਵਾਪਸੀ ਨੂੰ ਡਿਫਾਈਨ ਕਰਿਓ, ਘਰ ਵਾਪਸੀ ਦਾ ਮਤਲਬ ਕੀ ਹੈ? ਵਾਪਸੀ ਦਾ ਮਤਲਬ ਸਾਡਾ ਘਰ ਜਿਹੜਾ ਸੀ ਉਹ ਹਿੰਦੂਤਵ ਹੈ, ਹਿੰਦੂ ਹੈ। ਜਿਹੜੇ ਕਿਸੇ ਦਬਾਅ ਦੇ ਕਾਰਨ, ਲਾਲਚ ਦੇ ਕਾਰਨ ਇੱਧਰ ਉੱਧਰ ਚਲੇ ਗਏ ਦੂਜੇ ਮਜ਼ਹਬਾਂ 'ਚ, ਉਹਨਾਂ ਨੂੰ ਘਰ ਵਾਪਸ ਲਿਆਉਣਾ। ਦੂਜੇ ਦਾ ਮਤਲਬ ਮੈਂ ਉਹੀ ਜਾਣਨਾ ਚਾਹ ਰਿਹਾ, ਦੂਜੇ ਦਾ ਮਤਲਬ ਖੁੱਲ੍ਹ ਕੇ ਡਿਫਾਈਨ ਕਰਿਓ, ਦੂਜੇ ਦਾ ਮਤਲਬ ਕੀ ਹੈ? ਇਸੇ ਦਾ ਮਤਲਬ ਹੈ ਜਿਸ ਤਰ੍ਹਾਂ ਮੁਸਲਮਾਨ ਹੋ ਗਿਆ, ਕੋਈ ਈਸਾਈ ਹੋ ਗਿਆ, ਕਿਉਂਕਿ ਉਹਨਾਂ ਦੇ ਹਕੂਮਤਾਂ ਰਹੀਆਂ ਨੇ ਅਤੇ ਉਸ ਦਬਾਅ ਦੇ ਕਾਰਨ ਕਈ ਲਾਲਚ ਕਾਰਨ ਵੀ ਗਏ ਹੋਣਗੇ, ਕਈ ਦਬਾਅ ਦੇ ਕਾਰਨ ਵੀ ਗਏ ਨੇ, ਉਹਨਾਂ ਨੂੰ ਵਾਪਸ ਕਰ ਲਿਆਉਣਾ। ਇਹ ਹੈ ਉਹਦਾ ਅਰਥ ਕਿ ਓਰੀਜਨਲ ਜਿੱਥੇ ਸਨ, ਉਹ ਆਰੰਭਕ ਜਿੱਥੇ ਸਨ, ਉੱਥੇ ਉਹਨਾਂ ਨੂੰ ਵਾਪਸ ਲਿਆਉਣਾ, ਉਹਨਾਂ ਦੇ ਮਜ਼ਹਬਾਂ ਤੋਂ ਛੁਡਾ ਕੇ। ਹਰ ਬੰਦੇ ਨੂੰ ਕਿਹਾ ਜਾਂਦਾ ਆਜ਼ਾਦੀ ਹੈ, ਕੋਈ ਕਿੱਥੇ ਮਰਜ਼ੀ ਜਾ ਸਕਦਾ। ਹਰ ਇੱਕ ਨੂੰ ਆਜ਼ਾਦੀ ਹੈ, ਪਰ ਜਿਨ੍ਹਾਂ ਦੀ ਜ਼ਬਰਦਸਤੀ ਕਿਸੇ ਨੇ, ਜਿਨ ਮੁਸਲਮਾਨਾਂ ਦੀ ਹਕੂਮਤ ਸੀ ਅਤੇ ਉਹਨਾਂ ਨੇ ਮੁਸਲਮਾਨ ਬਣਾਇਆ, ਕਿਸੇ ਨੇ ਲਾਲਚ ਦੇ ਕੇ ਬਣਾਇਆ ਹੋਏਗਾ। ਅੰਗਰੇਜ਼ਾਂ ਦੀ ਹਕੂਮਤ ਆਈ ਅਤੇ ਉਦੋਂ ਉਹਨਾਂ ਨੇ ਕਈਆਂ ਨੂੰ ਈਸਾਈ ਬਣਾਇਆ, ਅਤੇ ਉਹਨਾਂ ਨੂੰ ਫਿਰ ਤੋਂ ਆਪਣਾ ਘਰ ਜਿਹੜਾ ਹੈ ਉਹਨਾਂ ਨੂੰ ਦੱਸਣਾ ਕਿ ਬਈ ਤੁਸੀਂ ਕਿਸੇ ਕਾਰਨ ਚਲੇ ਗਏ ਹੋਵੋਗੇ, ਦਬਾਅ ਦੇ ਥੱਲੇ ਜਾਂ ਲਾਲਚ ਦੇ ਕਾਰਨ। ਤੁਸੀਂ ਹੁਣ ਤੁਹਾਡੇ 'ਤੇ ਨਾ ਦਬਾਅ ਹੋਏ ਅਤੇ ਨਾ ਲਾਲਚ ਹੈ, ਹੁਣ ਤੁਸੀਂ ਆਪਣੇ ਘਰ ਵਾਪਸ ਆ ਜਾਓ। ਆਉਂਦੇ ਆ ਲੋਕ ਵਾਪਸ? ਆਉਂਦੇ ਆ, ਕਾਫੀ ਲੋਕਾਂ ਨੂੰ ਮੈਂ ਵੀ ਲਿਆਂਦਾ ਵਾਪਸ, ਅਤੇ ਹੁਣ ਵੀ ਜਿਨ੍ਹਾਂ ਦੇ ਜਿਵੇਂ ਕੰਮ ਹੈ ਉਹ ਇੱਥੇ ਰਹਿੰਦੇ ਆ, ਉਹ ਇਹ ਕੰਮ ਕਰ ਰਹੇ ਹੈ। ਸਿੱਖ ਧਰਮ ਦੇ ਨਾਲ ਪਿਛਲੇ ਸਮੇਂ ਤੋਂ ਆਰਐਸਐਸ ਖਾਸਾ ਪ੍ਰੇਮ ਜਤਾ ਰਹੀ ਹੈ। ਸਿੱਖ ਧਰਮ ਕੋਈ ਅਲੱਗ ਨਹੀਂ ਹੈ, ਉਹ ਤਾਂ ਇੱਥੇ ਦਾ ਹੀ ਹੈ। ਮੋਦੀ ਹੁਣੀ ਸਪੀਚ ਦਿੰਦੇ ਹੁੰਦੇ ਆ, ਜਾਂ ਉਹ ਕਹਿੰਦੇ ਕਿ ਸਿੱਖ ਧਰਮ ਦਾ ਜ਼ਿਕਰ ਕਰਦੇ ਕਿ ਸਿੱਖ ਧਰਮ ਕਾ ਹਮ सम्मान करते हैं, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਉਹ ਤਾਂ ਬਕਾਇਦਾ ਕੋਟ ਕਰਕੇ ਕਹਿੰਦੇ ਸੀ ਸਿੱਖ ਧਰਮ। ਹਾਂ, ਨਹੀਂ, ਸਿੱਖ ਵੀ ਤਾਂ ਇੱਕ ਧਰਮ ਹੀ ਹੈ। ਇਹ ਸਾਰੇ ਧਰਮ ਨੇ। ਹੁਣ ਉਹ ਧਰਮ ਦਾ ਅਰਥ ਕੁਝ ਹੋਰ ਹੀ ਲੱਗ ਗਿਆ ਨਾ। ਮੈਨੂੰ ਇਹ ਦੱਸੋ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਤਾਬਾਂ ਮੈਂ ਜਾ ਕੇ ਆਇਆ ਸੀ, ਕਹਿੰਦੇ ਕਿ ਰਿਕਾਰਡ ਤਾਂ ਨਹੀਂ ਕਰ ਸਕਦੇ ਬਹੁਤੀਆਂ। ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਹਿੰਦੂ ਧਰਮ ਨੂੰ ਹੀ ਖੜਾ ਕੀਤਾ। ਫਿਰ ਉਹਨਾਂ ਦੁਬਾਰਾ ਜਿਹੜਾ ਹੈ ਉਹਨਾਂ ਨੂੰ ਜਿਹੜੇ ਇੱਧਰੋਂ ਉੱਧਰੋਂ ਬਦਲ ਗਏ ਸੀ, ਉਹਨਾਂ ਨੂੰ ਵਾਪਸ ਲਿਆਂਦਾ ਹੈ। ਤੁਸੀਂ ਡੈਫੀਨੇਸ਼ਨ ਕੀ ਦਿੰਦੇ ਹੋ, ਜਾਂ ਤੁਸੀਂ ਜਦੋਂ ਪੜ੍ਹਾਉਂਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਆਰਐਸਐਸ ਦੀ ਕੀ ਹੈ ਮਤਲਬ ਸੋਚ? ਵਿੱਚ ਸਿੱਖ ਜਿਹੜਾ ਹੈ ਉਹ ਇੱਕ ਲੜਨ ਵਾਸਤੇ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਤਾਂ ਕਿ ਮੁਸਲਮਾਨਾਂ ਦੇ ਔਰ ਈਸਾਈਆਂ ਨੇ ਜੋ ਕੁਝ ਕੀਤਾ ਹੈ ਉਹਨਾਂ ਨਾਲ ਫਾਈਟ ਕਰਨੀ ਹੈ। ਬੇਸਿਕਲੀ ਮਤਲਬ ਸੀ ਕਿ ਮਜਲੂਮਾਂ ਦੀ ਰਾਖੀ ਕਰਨੀ, ਔਰ ਇਸ ਤਰੀਕੇ ਦੇ ਨਾਲ ਕਿ ਕਿਸੇ ਤੇ ਕੋਈ ਜ਼ੁਲਮ ਹੁੰਦਾ ਤਾਂ ਉਸ ਨੂੰ ਰੋਕਣਾ। ਉਸ ਨੂੰ ਰੋਕਣਾ, ਜੋ ਜ਼ੁਲਮ ਹੁੰਦੇ ਨੇ ਜਾਂ ਜ਼ਬਰਦਸਤੀ ਹੁੰਦੀ ਹੈ ਉਹਨੂੰ ਵਾਪਸ ਲੈਣਾ, ਉਸ ਤੋਂ ਰੱਖਿਆ ਕਰਨੀ ਆਪਣੇ ਸਮਾਜ ਦੀ, ਤਾਂ ਕਿ ਆਪਣਾ ਸਮਾਜ ਜਿਹੜਾ ਹੈ ਉਹ ਆਪਣੇ 'ਚ ਹੀ ਰਹੇ। ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਹੈ ਉਸੇ 'ਤੇ ਚੱਲੀਏ। ਗੀਤਾ ਗਿਆਨ ਹੈ, ਵੇਦਾਂ ਦਾ ਗਿਆਨ ਹੈ, ਇਸ ਤਰ੍ਹਾਂ ਹੈ। ਪਰ ਮਤਲਬ ਪਾਵਰ ਸੈਂਟਰ ਆਰਐਸਐਸ ਹੈ ਬੀਜੇਪੀ ਦੀ ਮੇਨਲੀ, ਜਿੱਦਾਂ ਵੀ ਕੋਈ ਕਮਾਂਡ ਹੁੰਦੀ ਹੈ। ਔਰ ਇਲੈਕਸ਼ਨ ਦੇ ਵਿੱਚ ਆਰਐਸਐਸ ਦਾ ਰੋਲ ਕੀ ਮੰਨਦੇ ਹੋ ਤੁਸੀਂ ਬੀਜੇਪੀ ਵਾਸਤੇ? ਆਰਐਸਐਸ ਦਾ ਰੋਲ ਆਪਣਾ ਹੀ ਹੈ, ਜੋ ਸੰਘ ਦਾ ਕੰਮ ਹੈ ਉਹੀ ਕਰਦੇ ਆ। ਜੇ ਕਿਸੇ ਨੇ ਉਹਨਾਂ 'ਚੋਂ
किसी पॉलिटिकल पार्टी जाना है, दूजे जाना है तो चला जाए, ये कोई रोक नहीं होना ते। बाकी संघ का काम तो संघ का ही है। ਦੱਸੋਗੇ ਕਿਹੜੇ ਕਿਹੜੇ ਕੰਮ ਕਰ ਰਿਹਾ ਸੰਘ ਅੱਜ ਦੇ ਸਮੇਂ 'ਚ? संघ का काम तो देश भगती पैदा करना है लोगों च, अपने देश के प्रति, अपने इतिहास के प्रति, अपने बजुर्गों के प्रति आदर सम्मान और उन्हों दी शिक्षावां ते चलना, यही साडा है। ਸੰਘ ਕੱਟਰਤਾ ਪੈਦਾ ਕਰ ਰਿਹਾ ਹੈ। ਇਹ ਬੜੇ ਇਲਜ਼ਾਮ ਲੱਗਦੇ ਆਰਐਸਐਸ ਤੇ, ਕਾਂਗਰਸ ਵੀ ਲਗਾਤਾਰ ਇਹ ਗੱਲ ਕਹਿੰਦੀ ਹੈ ਔਰ ਉਹ ਕਹਿੰਦੇ ਕਿ ਸੰਘ ਜਿਹੜਾ ਹੈ ਆਰਐਸਐਸ ਹੈ ਇਹ ਕੱਟਰਤਾ ਪੈਦਾ ਕਰ ਰਿਹਾ ਹੈ ਲੋਕਾਂ ਦੇ ਵਿੱਚ। कट्टरता का अर्थ मैंने नहीं समझ आता की कहते ने वो, लेकिन संघ जो है वो अपने इतिहास, अपने बजुर्गों के और अपने विचारों से जो आदि काल तो साढ़े विचार चले आए ने उन्होंने ते चलाने की कोशिश कर रहा सबनों। इनू तुम कट्टरता कह लो, जो मर्जी कह लो, लेकिन ਮੈਂ ਇਹ ਜਾਣਨਾ ਚਾਹ ਰਿਹਾ ਸਿੱਖਾਂ ਨੂੰ, ਤੁਹਾਡਾ ਲੰਬਾ ਸਮਾਂ ਤਜਰਬਾ ਹੈ ਔਰ ਲਗਾਤਾਰ ਵਿਚਰਦੇ ਰਹੇ ਹੋ ਤੁਸੀਂ, ਬਹੁਤ ਹੋਰ ਸੂਬਿਆਂ ਦੇ ਵਿੱਚ ਵੀ ਤੁਹਾਡੀ ਡਿਊਟੀ ਲੱਗਦੀ ਰਹੀ ਹੈ ਔਰ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਸਿੱਖਾਂ ਦੇ ਨਾਲ ਲਗਾਵ ਰੱਖਦਾ ਸੰਘ, ਇਸ ਦਾ ਵਜ੍ਹਾ ਕੀ ਦੱਸ? सिखा नूं अलग थोड़ा समझने असी, ते अपना ही समाज का हिस्सा ने। ये अलग देखो, सारे समाज दे च एक बंदे की पूजा नहीं, कोई किसी की पूजा कर लग पिया, कोई किसी की कर लग पिया, लेकिन मौलिक रूप च असी सारे एक हाँ, बुनियादी तौर से असी सारे एक हाँ। ਇਸ ਚੀਜ਼ ਨੂੰ ਮੰਨਦੇ ਹੋ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਸਭ ਭਾਈ ਭਾਈ? देखो वैसे तो असी सारे विश्व ਨੂੰ अपना परिवार मानते हैं, ਵਸੁਦੇਵ ਕੁਟੁੰਬਕਮ, वसुदेव कुटुंबकम कहने हैं, और इसलिए वो सारे ही अपने ने, किसी को असी बगाना नहीं समझते। लेकिन कोई अपने आप को वखरा समझदा हो तो अलग गल है, लेकिन संघ इस गल नूं नहीं मनदा। ਪੰਜਾਬ ਲਈ ਸੰਘ ਕੀ ਸੋਚ ਰਿਹਾ? ਕੋਈ ਵੱਡੀ ਅਨਾਉਂਸਮੈਂਟ ਹੋ ਸਕਦੀ ਹੈ ਹੋਰ? ਕਿਉਂਕਿ ਕਿਹਾ ਜਾ ਰਿਹਾ ਕਿ ਬੀਜੇਪੀ ਨੂੰ ਸੰਘ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਵੇਂ ਜਿਵੇਂ ਡਾਇਰੈਕਸ਼ਨਸ ਹੁੰਦੀਆਂ ਸੰਘ ਨੂੰ ਬੀਜੇਪੀ ਉਵੇਂ ਹੀ ਕਰਦੀ ਹੈ। ਭਾਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਰਾਹ ਸੀ, ਕਹਿੰਦੇ ਸੰਘ ਦੇ ਥਰੂ ਖੁੱਲਿਆ ਇਹ। देखो गल यह है कि राजनीति च कोई किसी से पाबंदी नहीं कि तू इस राजनीति च नहीं जाना। संघ च भी कई तरह के लोग ने मनने वाले, तो ज़्यादातर क्योंकि बीजेपी जिहड़ी है वो भारतीय जनता पार्टी, यानी भारत नूं, भारत की संस्कृति नूं पुनर्जागृत करना चाहती है, इस वास्ते सारे ਉਹਦੇ ਨਾਲ ਸੰਬੰਧਿਤ ਔਰ ਉਹਨੂੰ ਸਪੋਰਟ ਕਰਦੇ। ਇਹ ਗੱਲ ਠੀਕ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈ, ਹਾਲਾਂਕਿ ਕੇਂਦਰ ਸਰਕਾਰ ਨੇ ਖੋਲ੍ਹਿਆ, ਜਿਸ ਨੂੰ ਪਾਕਿਸਤਾਨ ਨੇ ਵੀ ਸਹਿਮਤੀ ਜਤਾਈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਹੀਰੋ ਬਣ ਕੇ ਉੱਭਰੇ ਉਸ ਦੇ ਵਿੱਚ, ਔਰ ਹਾਲਾਂਕਿ ਕੇਂਦਰ ਸਰਕਾਰ ਦਾ ਰੂਲ ਸੀ, ਪਰ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹੋ? ਕਹਿੰਦੇ ਕਿ ਆਰਐਸਐਸ ਨੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਕਰਤਾਰਪੁਰ ਜਾਣ ਵਾਸਤੇ ਲਾਂਘਾ ਸਿੱਖਾਂ ਵਾਸਤੇ ਖੋਲ੍ਹਿਆ ਜਾਵੇ, ਔਰ ਪਿਛਲੇ ਦਿਨੀ ਇੱਕ ਜਿਹੜੀ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਕਿ ਵੀਰ ਬਾਲ ਦਿਵਸ ਮਨਾਇਆ ਜਾਵੇ, ਜੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਸ ਨੂੰ। ਗੱਲ ਇਹ ਕਿਉਂਕਿ ਉਹ ਏਰੀਆ ਜੋ ਹੈ ਪਾਕਿਸਤਾਨ ਬਣਿਆ ਹੈ ਉਹ ਵੀ ਤਾਂ ਸਾਡਾ ਹੀ ਹੈ ਨਾ। ਅੱਜ ਉਹਨੂੰ ਭਾਵੇਂ ਉਹ ਮੁਸਲਿਮ ਏਰੀਆ ਕਹਿ ਦੇਣ, ਪਰ ਹੈ ਤਾਂ ਇਲਾਕਾ ਸਾਡਾ ਹੈ ਨਾ। ਇਸ ਲਈ ਸਾਡੇ ਇਤਿਹਾਸਿਕ ਸਥਾਨ ਤਾਂ ਉੱਧਰ ਹੈ ਨੇ ਬਹੁਤ ਸਾਰੇ, ਨਨਕਾਣਾ ਸਾਹਿਬ ਹੈ, ਹੋਰ ਨੇ ਕਈ ਸਾਡੇ ਉੱਧਰ ਨੇ। ਉਹਨਾਂ ਦੀ ਦੇਖਭਾਲ ਵਾਸਤੇ ਔਰ ਉਹਨਾਂ ਦੀ ਪੂਜਾ ਪਾਠ ਵਾਸਤੇ, ਉੱਧਰ ਦਰਸ਼ਨਾਂ ਵਾਸਤੇ ਜਾਣਾ ਇਹ ਸਮੇਂ ਸਮੇਂ ਤੋਂ ਹੁੰਦਾ ਰਿਹਾ ਹੈ, ਪਹਿਲਾਂ ਵੀ ਅਤੇ ਹੁਣ ਵੀ ਹੁੰਦਾ ਹੈ। ਇਸੇ ਨੂੰ ਅਸੀਂ ਕਰਤਾਰਪੁਰ ਅਲੱਗ ਗੱਲ ਕਹਿ ਲਈਏ ਕਿ ਕਰਤਾਰਪੁਰ ਜਿਹੜਾ ਉਹ ਖੋਲ੍ਹਿਆ ਗਿਆ, ਇਹ ਇਸੇ ਵਾਸਤੇ ਖੋਲ੍ਹਿਆ ਗਿਆ ਸੀ ਤਾਂ ਕਿ ਸਿੱਖ ਉੱਥੇ ਜਾ ਸਕਣ ਗੁਰਦੁਆਰੇ 'ਚ। ਮੈਨੂੰ ਇਹ ਦੱਸੋ, ਪੀਲੀ ਕੋਠੀ ਦੀਆਂ ਪੌੜੀਆਂ ਕਹਿੰਦੇ ਚੜ੍ਹਨੀਆਂ ਪੈਂਦੀਆਂ ਬੀਜੇਪੀ ਦੇ ਆਗੂਆਂ ਨੂੰ, ਠੀਕ ਹੈ ਗੱਲ ਇਹ? ਜਿਹੜੇ ਵੱਡੇ ਵੱਡੇ ਆਗੂ ਗੁਪਤਾ ਜੀ ਹੋਣਾ ਕੋਲੋਂ ਜਾਂ ਹੋਰ ਜਿਹੜੇ ਆਰਐਸਐਸ ਦੇ ਬੰਦੇ ਉਹਨਾਂ ਕੋਲੋਂ ਗਿਆਨ ਲੈਣ ਵਾਸਤੇ ਆਉਂਦੇ ਇੱਥੇ? ਨਹੀਂ ਚੜ੍ਹਦੀ ਹੈ ਉਹ ਜਿੰਨੇ ਆਉਂਦੇ ਜਾਂਦੇ ਚੜ੍ਹਦੇ ਜਵਾਨ ਨੇ, ਬੁੱਢਾ ਤਾਂ ਕੋਈ ਨਹੀਂ।
ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੀਜੇਪੀ ਦੇ ਜਿੰਨੇ ਵੀ ਦਿੱਗਜ ਲੀਡਰ ਹੈ, ਵੱਡੇ ਲੀਡਰ ਹੈ, ਉਹਨਾਂ ਨੂੰ ਗੁਰੂ ਗਿਆਨ ਲੈਣ ਵਾਸਤੇ ਪੀਲੀ ਕੋਠੀ ਆਉਣਾ ਪੈਂਦਾ। ਨਹੀਂ, ਗੁਰੂ ਗਿਆਨ ਨਹੀਂ, ਗੁਰੂ ਗਿਆਨ ਤੇ ਬਈ ਸ਼ਾਹਾਂ 'ਚ ਮਿਲਦਾ। ਸ਼ਾਹਾਂ ਲੱਗਦੀਆਂ ਨਾ ਸੰਘ ਦੀਆਂ RSS ਦੀਆਂ, ਉਹਨਾਂ 'ਚ ਗੁਰੂ ਗਿਆਨ ਮਿਲਦਾ। ਬਾਕੀ ਕੋਈ ਮੀਟਿੰਗਾਂ ਇੱਥੇ ਹੁੰਦੀਆਂ ਨੇ, ਉਹਨਾਂ ਵਾਸਤੇ ਆਉਣਾ ਜਾਣਾ ਪੈਂਦਾ। ਤੁਹਾਡੇ ਕੋਲ ਵੀ ਆਉਂਦੇ ਬੀਜੇਪੀ ਦੇ ਆਗੂ ਗਿਆਨ ਲੈਣ ਵਾਸਤੇ? ਨਹੀਂ, ਕੋਈ ਪੁਰਾਣਾ ਕੋਈ ਸਾਥੀ ਮਿਲ ਜਾਏ, ਉਹ ਕੁਛ ਸਲਾਹ ਸੂਤਰ ਕਰਨਾ ਹੋਏ ਤੇ ਆ ਜਾਏ, ਤੇ ਉਹਨਾਂ ਨਾਲ ਗੱਲਬਾਤ ਕਰ ਲਈਦਾ। ਹੋਰ ਕੋਈ ਮੈਂ ਕੋਈ ਸਲਾਹਕਾਰ ਨਹੀਂ ਹਾਂ। ਕਹਿੰਦੇ ਕਿ ਜਦੋਂ ਬੀਜੇਪੀ ਟਿਕਟਾਂ ਅਨਾਉਂਸ ਕਰ ਰਹੀ ਸੀ ਤਾਂ ਆਰਐਸਐਸ ਨੇ ਇਹ ਲਿਸਟ ਭੇਜੀ, ਇੱਕ ਸ਼ਾਰਟ ਲਿਸਟ ਕਰਕੇ, ਕਿ ਆਹ ਬੰਦੇ ਤਾਂ ਕਰਪਟ ਹੈ, ਇਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ, ਔਰ ਆਹ ਬੰਦਿਆਂ ਦੀ ਡਿਟੇਲ, ਇਸ ਤਰ੍ਹਾਂ ਦੀ ਡਿਟੇਲ ਜਾਂਦੀ ਹੈ ਵੀ ਆ ਜਿਹੜੇ ਸਾਫ਼ ਸੁਥਰੇ ਬੰਦੇ ਆ ਇਹਨਾਂ ਨੂੰ ਟਿਕਟ ਦਿੱਤੀ ਜਾਵੇ, ਜਾਂ ਜਿਨ੍ਹਾਂ ਤੇ ਕਰਪਸ਼ਨ ਦੇ ਚਾਰਜ ਜਾਂ ਜਿਹੜੇ ਬੰਦੇ ਠੀਕ ਨਹੀਂਗੇ ਉਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ। ਗੱਲ ਇਹ ਹੈ ਕਿ ਜੇ ਤੇ BJP ਜਾਂ ਪੋਲੀਟੀਸ਼ੀਅਨ ਪੁੱਛਣ ਤੇ ਫਿਰ ਤੇ ਉਹਨਾਂ ਨੂੰ ਸਲਾਹ ਦੇ ਦਈਦਾ ਹੈ। ਜੇ ਪੁੱਛਣ ਨਹੀਂ ਤੇ ਕੌਣ ਸਲਾਹ ਦੇਣ ਜਾਏਗਾ ਘਰ ਉਹਨਾਂ ਦੇ? ਸਲਾਹ ਪੁੱਛਦੇ ਆ, ਦੱਸਦੇ ਨੇ, ਸਲਾਹ ਦੇ ਦਿੰਦੇ ਆ। ਇਸ ਤਰ੍ਹਾਂ ਦੀ ਡਿਟੇਲ ਵੀ ਕਿ ਵੀ ਆਹ ਬੰਦੇ ਸਾਫ਼ ਸੁਥਰੇ ਆ ਬੀਜੇਪੀ ਦੇ, ਇਹਨਾਂ ਨੂੰ ਟਿਕਟਾਂ ਦਿਓ, ਇਸ ਤਰ੍ਹਾਂ ਦਾ ਵੀ ਕੁਝ ਹੁੰਦਾ? ਐਸਾ BJP ਜਾਣਦੀ ਹੈ, BJP ਨਹੀਂ ਕਰਨਾ ਹੁੰਦਾ ਫੈਸਲਾ, ਸੰਘ ਨੇ ਨਹੀਂ ਕਰਨਾ। ਸੰਘ ਇੰਨੀ ਜ਼ਰੂਰ ਕਹੇਗਾ ਕਿ ਬਈ ਸਾਫ਼ ਸੁਥਰੇ ਲੋਕ ਜਿਹੜੇ ਨੇ ਉਹਨਾਂ ਨੂੰ ਪਾਲਿਟਿਕਸ ਵਿੱਚ ਭੇਜੋ, ਇਹ ਜ਼ਰੂਰ ਕਹੇਗਾ ਉਹਨਾਂ ਨੂੰ। ਤੁਹਾਡਾ ਵੀ ਹੈਗਾ ਸੀ ਰੁਝਾਨ, ਜਿੱਦਾਂ ਮੋਦੀ ਹੁਣੀ ਤੁਹਾਡੇ ਬਰਾਬਰ ਦੇ ਅਹੁਦੇਦਾਰ ਸੀਗੇ ਔਰ ਪ੍ਰਧਾਨ ਮੰਤਰੀ ਬਣ ਗਏ, ਅੱਜ ਮੁੱਖ ਮੰਤਰੀ ਬਣਦੇ ਗੁਜਰਾਤ ਦੇ ਜਾ ਕੇ, ਫਿਰ ਪ੍ਰਧਾਨ ਮੰਤਰੀ ਬਣ ਗਏ, ਤੁਹਾਡਾ ਰੁਝਾਨ ਹੈਗਾ ਸੀ ਸਿਆਸਤ 'ਚ, ਜਾਂ ਕਿਸੇ ਨੇ ਕਿਹਾ ਸੰਘ ਨੇ ਵੀ ਜਾਓ BJP ਦੇ ਵਿੱਚ? ਐਸਾ ਨਹੀਂ ਹੈ, ਅਗਰ ਕੋਈ ਜਾਣਾ ਚਾਹੇ ਉਹਨੂੰ ਇਜਾਜ਼ਤ ਲੈ ਲੇ ਤੇ ਚਲਾ ਜਾਏ, ਕਿਸੇ ਨੂੰ ਰੋਕ ਨਹੀਂ ਹੈ ਕਿ ਬਈ ਤੂੰ ਰਾਜਨੀਤੀ 'ਚ ਨਹੀਂ ਜਾਣਾ। ਹਾਂ, ਜਿਹੜੇ ਸੰਘ ਦੇ ਕੰਮ 'ਚ ਲੱਗੇ ਨੇ, ਪ੍ਰਚਾਰਕ ਨੇ, ਉਹ ਨਹੀਂ ਜਾਂਦੇ, ਉਹਨਾਂ ਨੂੰ ਨਹੀਂ ਭੇਜਦੇ। ਤੁਸੀਂ ਇੱਛਾ ਜਤਾਈ ਕਦੇ ਵੀ BJP 'ਚ ਜਾਣਾ ਹੈ, ਜਾਂ ਤੁਸੀਂ ਕਦੇ ਇੱਛਾ ਜਤਾਈ ਰਾਜਨੀਤੀ ਜਾਣ ਦੀ ਕਿ ਨਹੀਂ? ਨਹੀਂ, ਮੈਂ ਕਦੇ ਨਹੀਂ, ਮੈਨੂੰ ਭੇਜਿਆ ਗਿਆ ਕਈ ਵਾਰ, ਲੇਕਿਨ ਮੈਂ ਸਥਾਈ ਤੌਰ 'ਤੇ ਨਹੀਂ ਗਿਆ। ਭੇਜਿਆ ਗਿਆ ਸੀ ਜਦੋਂ ਆਪਾਤਕਾਲ ਲੱਗਾ ਤੇ ਉਦੋਂ ਮੈਨੂੰ ਦਿੱਤਾ ਗਿਆ ਸੀ ਕੰਮ, ਔਰ ਮੈਂ ਅੰਡਰਗਰਾਊਂਡ ਰਹਿ ਕੇ ਕੀਤਾ। ਯਾਨੀ ਜਦੋਂ ਐਮਰਜੈਂਸੀ ਲੱਗੀ ਸੀ, ਸੰਘ 'ਤੇ ਵੀ ਪਾਬੰਦੀ ਲੱਗੀ ਸੀ, ਉਸ ਵੇਲੇ ਮੈਂ ਕੀਤਾ। ਕੀ ਕੁਝ ਕਰਦੇ ਰਹੇ ਫਿਰ, ਦੱਸ ਸਕਦੇ ਹੋ? ਮੈਂ ਅੰਡਰਗਰਾਊਂਡ ਰਹਿ ਕੇ ਸਾਰੇ ਪੁਰਾਣੇ ਕਾਰਜਕਰਤਾ ਨੂੰ ਜਾਗਰੂਕ ਕਰਦਾ ਰਿਹਾ, ਔਰ ਉਹਨਾਂ ਨੂੰ ਜਿੱਥੇ ਭੇਜਣਾ ਭੇਜਦੇ ਰਹੇ ਹਾਂ, ਜਿੱਥੇ ਡਿਊਟੀ ਲਗਾਉਣੀ ਲਗਾਉਂਦਾ ਰਿਹਾ, ਇਹੀ ਕਰਦਾ ਸੀ। ਫੜੇ ਗਏ ਕਦੇ ਕਿ ਨਹੀਂ? ਹੈਂ? ਫੜੇ ਗਏ ਕਦੇ ਕਿ ਨਹੀਂ? ਹਾਂ, ਮੈਂ ਅਰੈਸਟ ਹੋਇਆ ਸੀ ਜਿਸ ਵੇਲੇ ਐਮਰਜੈਂਸੀ ਲੱਗੀ ਹੈ, ਪਰ ਉਹ ਜੋ ਕੋਰਟ ਵਿੱਚ ਪੇਸ਼ ਹੋਏ ਸੀ ਤੇ ਜੱਜ ਨੇ ਕਿਹਾ ਹੋਏਗਾ ਕਿਸੇ ਦੀ ਜ਼ਮਾਨਤ ਹੋਏਗੀ, ਕਿਹਾ ਹੋਏਗਾ ਖੋਲ੍ਹ ਦਿਓ ਇਹਨੂੰ, ਉਹਨਾਂ ਮੈਨੂੰ ਖੋਲ੍ਹ ਦਿੱਤਾ, ਮੈਂ ਨਿਕਲ ਆਇਆ। ਫਿਰ ਮੈਂ ਅੰਡਰਗਰਾਊਂਡ ਹੋ ਗਿਆ। ਪੁਲਿਸ ਲੱਭਦੀ ਸੀ ਫਿਰ ਕਿ ਨਹੀਂ ਵੀ ਬੰਦਾ ਕਿੱਧਰ ਗਿਆ? ਲੱਭਦੀ ਰਹੀ, ਫਿਰ ਉਹਨਾਂ ਆਪਣੇ ਆਪ ਹੀ ਮੇਰੀ ਜ਼ਮਾਨਤ ਪਾ ਲਈ ਹੋਣੀ। BJP ਦਾ ਫਿਊਚਰ ਕੀ ਦੇਖਦੇ ਹੋ ਪੰਜਾਬ ਦੇ ਵਿੱਚ? ਇਲੈਕਸ਼ਨ ਆ ਰਹੇ ਆ, BJP ਕੇਂਦਰ ਦੇ ਵਿੱਚ ਸਰਕਾਰ ਬਣਾ ਜਾਂਦੀ ਹੈ, ਜਿੱਥੇ ਕਦੇ ਸਰਕਾਰ ਨਹੀਂ ਬਣੀ ਸੀ ਉੱਥੇ ਵੀ ਸਰਕਾਰ BJP ਦੀ ਬਣ ਜਾਂਦੀ ਹੈ। ਪੰਜਾਬ ਦੇ ਵਿੱਚ ਇੰਨਾ ਮਾੜਾ ਹਾਲ ਕਿਉਂ BJP ਦਾ? ਕੀ ਸਮਝਦਾ RSS, ਕੀ ਸਮਝਦੀ ਹੈ? ਮੈਂ ਜੋ ਸਮਝਣਾ ਨਾ, ਮਤਲਬ ਮੇਰੀ ਜੋ ਰਾਏ ਹੈ, ਮੈਂ RSS ਦੀ ਰਾਏ ਨਹੀਂ ਕਹਿੰਦਾ, ਉਹ ਇਹ ਹੈ ਕਿ ਪੰਜਾਬ ਦੀ ਜਦੋਂ ਸਾਰੀਆਂ ਸੀਟਾਂ ਲੜਦੇ ਹੈ, ਉਦੋਂ ਉਹਨਾਂ ਨੂੰ ਵਾਧੂ ਫਾਇਦਾ ਹੁੰਦਾ ਹੈ। ਕਿਸੇ ਨਾਲ ਰਲ ਕੇ ਲੜਨਗੇ ਤੇ ਸੀਮਿਤ ਹੋ ਜਾਂਦੇ ਹੈ, ਔਰ ਸੀਮਿਤ ਹੋਣ ਦੇ ਕਾਰਨ ਹੀ ਉਹ ਸੀਮਿਤ ਰਹੇ ਹੈ। ਇਸ ਲਈ ਜ਼ਿਆਦਾ ਸੀਟਾਂ 'ਤੇ ਲੜੇ ਨਹੀਂ। ਹੁਣ ਅਕਾਲੀ ਦਲ ਨਾਲ ਰਹੇ ਨੇ ਤੇ ਉਦੋਂ ਸਿਰਫ ਥੋੜ੍ਹੀਆਂ ਸੀਟਾਂ ਸੀ ਇਹਨਾਂ ਕੋਲ,
ਹੁਣ ਜ਼ਿਆਦਾ ਸੀਟਾਂ ਤੇ ਲੜ ਰਹੇ ਆ ਤੇ ਹੁਣ ਹੋ ਸਕਦਾ ਜ਼ਿਆਦਾ ਆ ਜਾਣ। ਇਹ ਤੇ ਹੁਣ ਰਾਜਨੀਤੀ ਵਾਲੇ ਦੱਸ ਸਕਦੇ ਆ। ਦੂਸਰੇ ਸੂਬਿਆਂ ਤੋਂ ਪ੍ਰਚਾਰ ਵਾਸਤੇ ਆਉਂਦੇ ਆ? ਨਹੀਂ, ਦੂਜੇ ਸੂਬਿਆਂ ਤੋਂ ਪ੍ਰਚਾਰਕ ਆਉਂਦੇ ਆ। ਪ੍ਰਚਾਰਕ ਦਾ ਮਤਲਬ ਸੰਘ ਦੇ ਪ੍ਰਚਾਰਕ। ਬੀਜੇਪੀ ਲਈ ਆਉਂਦੇ ਆ ਉਹ? ਤੇ ਬੀਜੇਪੀ ਨਹੀਂ, ਬੀਜੇਪੀ ਦੇ ਹਿੱਸੇ ਨਹੀਂ, ਸੰਘ ਦੇ ਕੰਮ ਵਾਸਤੇ ਕਿਸੇ ਨੂੰ ਕਿਧਰੇ ਭੇਜਿਆ ਜਾ ਸਕਦਾ ਨਾ। ਐਤਕੀ ਬੀਜੇਪੀ ਕਿਹੋ ਜਿਹਾ ਕਰੂਗੀ ਪਰਫਾਰਮ, ਕੀ ਲੱਗਦਾ ਤੁਹਾਨੂੰ? ਇਹ ਤਾਂ ਬੀਜੇਪੀ ਦਾ ਹੀ ਕੋਈ ਦੱਸ ਸਕਦਾ ਕੀ ਹਾਲਾਤ ਨੇ ਉਹਨਾਂ ਦੇ। ਨਹੀਂ, ਗੱਠਜੋੜ ਤੋਂ ਬਾਅਦ ਹੁਣ ਉਹਨਾਂ ਨੇ ਅਕਾਲੀ ਦਲ ਜਿਹੜਾ ਆਪਣੀ ਪੁਰਾਣੀ ਸਾਥੀ ਪਾਰਟੀ ਸੀ ਉਹਨੂੰ ਛੱਡਤਾ, ਦੂਜਿਆਂ ਨਾਲ ਗੱਠਜੋੜ ਕਰ ਲਿਆ, ਨਵਿਆਂ ਨਾਲ। ਗਰਾਊਂਡ ਤੇ ਵਿਚਰਦੇ ਰਹੇ ਹੋ ਤੁਸੀਂ? ਮੈਨੂੰ ਜੋ ਲੱਗਦਾ ਹੈ ਕਿ ਅਕਾਲੀ ਦਲ ਨਾਲ ਜਦੋਂ ਸੀ ਉਦੋਂ ਸੀਮਿਤ ਸੀਟਾਂ 'ਤੇ ਲੜ ਰਹੇ ਸਨ, ਹੁਣ ਜ਼ਿਆਦਾ ਸੀਟਾਂ 'ਤੇ ਲੜ ਰਹੇ ਆ, ਇਸ ਲਈ ਹੋ ਸਕਦਾ ਹੈ ਜ਼ਿਆਦਾ ਕਾਮਯਾਬੀ ਹੋਵੇ। ਕਿਉਂਕਿ ਜਿਨ੍ਹਾਂ ਸੀਟਾਂ 'ਤੇ ਕਦੇ ਲੜੇ ਨਹੀਂ ਸੀ ਔਰ ਆਪਣੇ ਹੱਕ ਦੀਆਂ ਸਨ, ਉਹਨਾਂ 'ਚ ਹੁਣ ਲੜਨਗੇ। ਚਲੋ ਹੁਣ ਪੀਲੀ ਕੋਠੀ ਦੀ ਗੱਲ ਥੋੜੀ ਜਿਹੀ ਕਰ ਲੈਂਦੇ ਹਾਂ। ਪੀਲੀ ਕੋਠੀ ਕਿਉਂ ਕਿਹਾ ਜਾਂਦਾ ਹੈ ਇਸ ਜਗ੍ਹਾ ਨੂੰ, ਇਸ ਆਰਐਸਐਸ ਦੇ ਦਫ਼ਤਰ ਨੂੰ? ਸ਼ੁਰੂ 'ਚ ਜਦੋਂ ਮੈਂ ਇੱਥੇ ਆਇਆ ਉਦੋਂ ਇਹ ਕੱਲੀ ਇੱਥੇ ਸੀ ਕੋਠੀ, ਆਸ-ਪਾਸ ਕੋਈ ਹੈ ਨਹੀਂ ਸੀ। ਇੱਥੋਂ ਤੋਂ ਇਹ ਜਿਹੜਾ ਸਕੂਲ ਹੈ ਸਾਈਂ ਦਾ ਸਕੂਲ, ਉੱਥੋਂ ਤੱਕ ਖਾਲੀ ਜਗ੍ਹਾ ਸੀ। ਹੌਲੀ ਹੌਲੀ ਲੋਕਾਂ ਨੇ ਆਪਣੇ ਮੱਲੀ ਗਏ, ਮਕਾਨ ਬਣਾਈ ਗਏ ਚਾਰੋਂ ਪਾਸੇ। ਹੁਣ ਚਾਰੋਂ ਪਾਸੇ ਹੀ ਹੁਣ ਆਬਾਦੀ ਹੋ ਗਈ ਹੈ। ਪੀਲਾ ਰੰਗ ਹੋਣ ਕਰਕੇ ਪੀਲੀ ਕੋਠੀ? ਹਾਂ, ਪੀਲੇ ਰੰਗ ਦੇ ਕਾਰਨ ਹੀ ਇਹਨੂੰ ਪੀਲੀ ਕੋਠੀ ਕਹਿੰਦੇ ਆ, ਹੋਰ ਕੋਈ ਕਾਰਨ ਨਹੀਂ, ਰੰਗ ਦੇ ਕਾਰਨ ਹੀ ਹੈ। ਠੀਕ ਹੈ। ਕਿੰਨੇ ਸਾਲ ਹੋ ਗਏ ਇਸ ਨੂੰ ਬਣੇ ਨੂੰ? ਇਹ ਦੇਖੋ 1947 'ਚ ਇੱਥੇ ਸੰਘ ਦਾ ਆਫਿਸ ਬਣਿਆ ਸੀ। ਉਹ ਜਦੋਂ ਉੱਧਰੋਂ ਲੋਕ ਆਏ ਆ, ਹੁਣ ਉਹ ਇਹ ਸਥਾਈ ਤੌਰ 'ਤੇ ਬਣਿਆ। ਕਿਹਨੇ ਉਦਘਾਟਨ ਕਰਿਆ ਸੀ ਇਸ ਜਗ੍ਹਾ ਦਾ? ਮਤਲਬ ਇਹ ਜਗ੍ਹਾ ਛੋਟੀ ਸੀ, ਥੋੜ੍ਹਾ ਬਣਿਆ ਸੀ, ਬਾਅਦ ਵਿੱਚ ਇਹਨੂੰ ਜ਼ਿਆਦਾ ਬਣਾਇਆ ਕਿਉਂਕਿ ਇੱਥੇ ਜ਼ਿਆਦਾ ਲੋਕ ਰਹਿੰਦੇ ਸਨ। ਉਸ ਲਈ ਫਿਰ ਗੁਰੂ ਜੀ ਨੇ ਇਹਦਾ ਉਦਘਾਟਨ ਕੀਤਾ ਸੀ। ਇਹ ਹਾਂ, ਗੁਰੂ ਗੋਲਵਲਕਰ ਜੀ ਨੇ। ਅਤੇ ਉਦੋਂ ਕਿਹਾ ਸੀ ਕਿ ਸਾਡਾ ਧਿਆਨ ਇਹ ਭਵਨਾਂ ਵੱਲ ਨਹੀਂ ਚਾਹੀਦਾ, ਕੰਮ ਵੱਲ ਚਾਹੀਦਾ ਹੈ। ਭਵਨ ਸਿਰਫ ਰਹਿਣ ਵਾਸਤੇ ਨੇ, ਇਸ ਲਈ ਇਹਨੂੰ ਇਹੋ ਹੀ ਰੱਖਣਾ, ਇਹ ਬਿਲਡਿੰਗਾਂ ਨਹੀਂ ਪੈਣਾ। ਔਰ ਨਾਮ ਹੀ ਇਹਦਾ ਇਸੇ ਲਈ ਡਾਕਟਰ ਹੈਡਗੇਵਾਰ ਸਮਾਰਕ ਸੰਘ ਹੈ। ਡਾਕਟਰ ਹੈਡਗੇਵਾਰ ਜੀ ਨੇ ਸੰਘ ਸ਼ੁਰੂ ਕੀਤਾ ਸੀ, ਇਸ ਲਈ ਉਹਨਾਂ 'ਤੇ ਨਾਂ 'ਤੇ ਹੀ ਹੈ। ਧੰਨਵਾਦ ਗੁਪਤਾ ਜੀ, ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਵਾਸਤੇ। ਸੋ ਦਵਿੰਦਰ ਪ੍ਰਸਾਦ ਗੁਪਤਾ ਜੀ ਸਾਡੇ ਨਾਲ ਸਨ ਔਰ ਲੰਬੇ ਸਮੇਂ ਤੋਂ ਹੀ ਆਰਐਸਐਸ ਦੇ ਲਈ ਕੰਮ ਕਰਦੇ ਆ ਰਹੇ ਨੇ। ਛੋਟੀ ਉਮਰੋਂ ਹੀ ਲੱਗੇ ਸੀ ਔਰ ਕਹਿ ਰਹੇ ਨੇ ਕਿ ਪੀਲੀ ਕੋਠੀ ਪਹੁੰਚਣਾ ਪੈਂਦਾ ਬੀਜੇਪੀ ਦੇ ਆਗੂਆਂ ਨੂੰ ਵੀ, ਔਰ ਜੇ ਕਿਸੇ ਨੇ ਸਲਾਹ ਲੈਣੀ ਹੋਵੇ ਤਾਂ ਜ਼ਰੂਰ ਆਉਣਾ ਪੈਂਦਾ, ਜਾਂ ਕੋਈ ਹੋਰ ਮੀਟਿੰਗ ਹੋਵੇ ਸੰਘ ਦੀ ਤਾਂ ਜ਼ਰੂਰ ਆਉਣਾ ਪੈਂਦਾ ਉਹਨਾਂ ਨੂੰ। ਪਰ ਇਸ ਨਾਲ ਹੀ ਜੋ ਹੁਣ ਤੱਕ ਬੀਜੇਪੀ ਕਿਉਂ ਨਹੀਂ ਗਰੋ ਕਰ ਸਕੀ ਪੰਜਾਬ ਦੇ ਵਿੱਚ, ਉਸ ਦਾ ਕਾਰਨ ਦੱਸ ਰਹੇ ਨੇ ਕਿ ਗੱਠਜੋੜ ਸੀ ਅਕਾਲੀ ਦਲ ਦੇ ਨਾਲ ਔਰ ਇਸ ਕਰਕੇ। ਪਰ ਇਸ ਵਾਰ ਪਹਿਲੀ ਵਾਰ ਯਾਨੀ ਕਿ ਖੁੱਲ੍ਹ ਕੇ ਬੀਜੇਪੀ ਖੇਡਣ ਜਾ ਰਹੀ ਹੈ ਚੋਣ ਮੈਦਾਨ ਦੇ ਵਿੱਚ, ਦੇਖਣਾ ਹੋਏਗਾ। ਇਹਨਾਂ ਦਾ ਮੰਨਣਾ ਇਹ ਹੈ ਕਿ ਇਸ ਵਾਰ ਬੀਜੇਪੀ ਪੰਜਾਬ ਦੇ ਵਿੱਚ ਚੰਗਾ ਪਰਫਾਰਮ ਕਰੇਗੀ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਜਲੰਧਰ।